ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਧੰਨ ਧੰਨ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂ ਵਾਲੇ ਮਹਾਂਪੁਰਖਾਂ ਨੂੰ 20ਵੀਂ ਸਦੀ ਤੇ ਅਵਤਾਰ ਕਰਕੇ ਜਾਣਿਆ ਜਾਂਦਾ ਹੈਗਾ। ਕਿਉਂਕਿ ਉਹਨਾਂ ਦੇ ਦਰਸ਼ਨਾਂ ਦੇ ਅੰਦਰ ਕੁਛ ਐਸੀਆਂ ਖਾਸ ਵਿਸ਼ੇਸ਼ਤਾਵਾਂ ਸੀਗੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਕਿਸੇ ਆਮ ਅਵਤਾਰਾਂ ਵਿੱਚ ਨਹੀਂ ਦੇਖੀਆਂ ਗਈਆਂ ਸੀ। ਸੋ ਜਿਵੇਂ ਇੱਕ ਵਾਰ ਜਦੋਂ ਔੜ ਲੱਗੀ ਸੀ ਉਹਨਾਂ ਟਾਈਮਾਂ ਦੇ ਵਿੱਚ, ਫਿਰ ਬਹੁਤ ਸਾਰੇ ਜਿਹੜੇ ਜ਼ਿਮੀਂਦਾਰ ਸੀ ਉਹ ਇਕੱਠੇ ਹੋ ਕੇ ਬਾਬਾ ਅਤਰ ਸਿੰਘ ਮਸਤੂ ਵਾਲਿਆਂ ਦੇ ਪਾਸ ਪਹੁੰਚੇ ਸੀਗੇ। ਉਹਨਾਂ ਨੂੰ ਆਖਿਆ ਸੀ ਕਿ ਮਹਾਂਪੁਰਖੋ ਸਾਡੇ ਇਲਾਕੇ ਦੇ ਵਿੱਚ ਮੀਂਹ ਨਹੀਂ ਪੈਂਦਾ, ਅਗਰ ਮੀਂਹ ਨਹੀਂ ਪਿਆ ਤਾਂ ਫਸਲਾਂ ਨਹੀਂ ਹੋਣਗੀਆਂ, ਹਾਲਤ ਖਰਾਬ ਹੋ ਜੂ। ਅਤੇ ਇਸ ਕਰਕੇ ਅਸੀਂ ਇਸ ਉਮੀਦ ਦੇ ਵਿੱਚ ਆਏ ਹਾਂ ਕਿ ਤੁਸੀਂ ਆਪ ਹੱਲ ਜੋੜ ਕੇ ਅਤੇ ਇਹ ਮੀਂਹ ਪਵਾਵੋ। ਜਿਵੇਂ ਜਿਹੜਾ ਮੀਂਹ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਰਾਜੇ ਜਨਕ ਨੇ ਸੋਨੇ ਦਾ ਹਾਲ ਜੋੜ ਕੇ ਉਹਨਾਂ ਟਾਈਮਾਂ ਦੇ ਵਿੱਚ ਆਪਣੇ ਜਨਕਪੁਰੀ ਦੇ ਵਿੱਚ ਪਵਾਇਆ ਸੀਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਅਤਰ ਸਿੰਘ ਹੁਣੀ ਥੋੜ੍ਹੇ ਜਿਹੇ ਮੁਸਕਰਾ ਪਏ, ਕਹਿਣ ਲੱਗੇ, ਕਹਿੰਦੇ ਭਾਈ ਹਲ ਜੋੜ ਕੇ ਅਸੀਂ ਇੱਕ ਰਾਲ ਤਾਂ ਕੱਢ ਦਿੰਦੇ ਹਾਂ, ਪਰ ਅਸੀਂ ਇਹ ਨਹੀਂ ਤੁਹਾਨੂੰ ਕਹਿ ਸਕਦੇ ਕਿ ਮੀਂਹ ਪਊਗਾ ਜਾਂ ਨਹੀਂ ਪਊਗਾ। ਪਰ ਸੰਗਤ ਕਹਿਣ ਲੱਗੀ, ਕਹਿੰਦੀ ਦੇਖੋ ਮਹਾਂਪੁਰਖੋ, ਬਸ ਤੁਸੀਂ ਇੱਕ ਵਾਰੀ ਹਾਲ ਜੋੜ ਕੇ ਇੱਕ ਰੈਲ ਤਾਂ ਕੱਢ ਦਿਓ ਖੇਤ ਦੇ ਵਿੱਚ। ਦੇਖੋ ਹੁਣ ਜਿਹੜੇ ਮਹਾਂਪੁਰਖ ਹੁੰਦੇ ਉਹ ਦਾਅਵਾ ਨਹੀਂ ਕਰਦੇ, ਪਰ ਉਸ ਟਾਈਮ ਦੱਸਦੇ ਆ ਕਿ ਜਦੋਂ ਹਲ ਜੋੜਿਆ ਗਿਆ ਅਤੇ ਉਸ ਟਾਈਮ ਹਜ਼ਾਰਾਂ ਦੀ ਗਿਣਤੀ ਵਿੱਚ ਆਲੇ ਦੁਆਲੇ ਪਿੰਡਾਂ ਦੇ ਲੋਕ ਜਿਹੜੇ ਸੀ ਇਕੱਠੇ ਹੋ ਕੇ ਆਏ ਸੀ। ਅਤੇ ਬਾਬਾ ਅਤਰ ਸਿੰਘ ਹੁਣਾਂ ਨੇ ਜਦ ਜ਼ਮੀਨ ਦੇ ਉੱਤੇ ਇੱਕ ਰੈਲ ਜਿਹੜੀ ਹਲ ਦੇ ਨਾਲ ਕੱਢੀ ਸੀਗੀ, ਜਦੋਂ ਉਹਨੂੰ ਵਾਪਸ ਮੁੜ ਕੇ ਦੁਬਾਰਾ ਜਦ ਮੁੜੇ ਸੀ ਤਾਂ ਉਸੇ ਟਾਈਮ ਜਿਹੜੇ ਸੀਗੇ ਉਹ ਬੱਦਲ ਆ ਗਏ ਸੀਗੇ ਅਤੇ ਬਹੁਤ ਭਾਰੀ ਵਰਖਾ ਹੋਈ ਸੀ। ਇਹ 20ਵੀਂ ਸਦੀ ਦੇ ਅਵਤਾਰਾਂ ਦੀਆਂ ਨਿਸ਼ਾਨੀਆਂ ਹੈਗੀਆਂ। ਇੱਕ ਵਾਰ ਦੱਸਦੇ ਆ ਕਿ ਜਦੋਂ ਮਹਾਂਪੁਰਖ ਜਿਹੜੇ ਸੀਗੇ ਕਿਸੇ ਸ਼ਮਸ਼ਾਨ ਦੇ ਵਿੱਚ ਬੈਠ ਕੇ ਜਦੋਂ ਤਪੱਸਿਆ ਕਰਦੇ ਸੀਗੇ, ਅਚਨਚੇਤ ਜਿਹੜੇ ਵਿਰੋਧੀ ਸੀ ਉਹਨਾਂ ਨੂੰ ਪਤਾ ਲੱਗ ਗਿਆ ਬਾਬਾ ਅਤਰ ਸਿੰਘ ਦੀ ਚੜ੍ਹਦੀ ਕਲਾ ਦਾ। ਉਹਨਾਂ ਨੇ ਇੱਕ ਐਸੀ ਬੀਬੀ ਭੇਜੀ ਜਿਹੜੀ ਮਹਾਂਪੁਰਖਾਂ ਨੂੰ ਬਦਨਾਮ ਕਰ ਸਕੇ। ਸੋ ਇਹ ਜਿਹੜੀ ਬੀਬੀ ਸੀਗੀ ਤਕਰੀਬਨ ਜਿੱਥੇ ਮਹਾਂਪੁਰਖ ਬੰਦਗੀ ਕਰਦੇ ਹੁੰਦੇ ਸੀ, ਇਹ ਲਗਾਤਾਰ ਰੋਜ਼ ਜਾਂਦੀ ਰਹੀ, ਤਕਰੀਬਨ 8 ਕੁ ਦਿਨ ਆਉਂਦੀ ਰਹੀ। ਪਰ ਜਦੋਂ ਵੀ ਆਵੇ ਕੀ ਦੇਖੇ, ਬਾਬਾ ਅਤਰ ਸਿੰਘ ਦੀਆਂ ਅੱਖਾਂ ਮੀਟੀਆਂ, ਮਹਾਂਪੁਰਖ ਸਮਾਧੀ 'ਚ ਬੈਠੇ ਆ। ਇਸ ਕਰਕੇ ਦੂਰ ਬੈਠੀ ਦੇਖਦੀ ਰਹੇ ਅਤੇ ਕੋਲ ਜਾਣ ਦੀ ਇਹਦੀ ਹਿੰਮਤ ਨਾ ਪਵੇ। ਕਰਦੇ ਜਦ ਤਕਰੀਬਨ 8ਵਾਂ ਕੁ ਦਿਨ ਹੋਇਆ ਸੀ ਤਾਂ ਫਿਰ ਮਹਾਂਪੁਰਖ ਬਾਬਾ ਅਤਰ ਸਿੰਘ ਹੁਣਾਂ ਨੇ ਜਦ ਨੇਤਰ ਖੋਲ੍ਹੇ ਅਤੇ ਉਸ ਬੀਬੀ ਵੱਲ ਤੱਕਿਆ। ਜਦ ਉਸ ਬੀਬੀ ਵੱਲ ਤੱਕਿਆ ਤਾਂ ਫਿਰ ਉਸ ਬੀਬੀ ਨੂੰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਮਾਤਾ ਕੀ ਗੱਲ ਆ, ਤੁਸੀਂ ਇਸ ਸ਼ਮਸ਼ਾਨ ਵਿੱਚ ਬੈਠੇ ਆ। ਜਦ ਇੰਨੀ ਗੱਲ ਹੋਈ ਤਾਂ ਉਹ ਬੀਬੀ ਜਿਹੜੀ ਸੀ ਪੂਰੀ ਤਰ੍ਹਾਂ ਮਾਤਾ ਸ਼ਬਦ ਸੁਣ ਕੇ ਹਿੱਲ ਗਈ ਸੀ। ਫਿਰ ਮਹਾਂਪੁਰਖਾਂ ਨੂੰ ਕਹਿਣ ਲੱਗੀ ਕਿ ਮਹਾਂਪੁਰਖੋ, ਮੈਂ ਤਾਂ ਇਸ ਗੱਲੋਂ ਹੈਰਾਨ ਹੈ ਕਿ ਤੁਸੀਂ ਇਸ ਸ਼ਮਸ਼ਾਨ ਵਿੱਚ ਕੀ ਕਰਦੇ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਮੈਨੂੰ ਇਹ ਦੱਸ ਸ਼ਮਸ਼ਾਨ ਵਿੱਚ ਕੌਣ ਆਉਂਦਾ ਹੈਗਾ। ਤਾਂ ਬੀਬੀ ਕਹਿਣ ਲੱਗੀ, ਜੀ ਸ਼ਮਸ਼ਾਨ ਦੇ ਵਿੱਚ ਕਿੰਨੇ ਆਉਣਾ, ਸ਼ਮਸ਼ਾਨ ਵਿੱਚ ਤਾਂ ਮੁਰਦੇ ਆਉਂਦੇ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਬਿਲਕੁਲ ਤੇਰੀ ਗੱਲ ਦਰੁਸਤ ਹੈਗੀ ਆ, ਬਾਕੀ ਸ਼ਮਸ਼ਾਨ 'ਚ ਮੁਰਦੇ ਆਉਂਦੇ ਆ ਅਤੇ ਅਸੀਂ ਮੁਰਦੇ ਹੋ ਚੁੱਕੇ ਹਾਂ, ਇਸੇ ਕਰਕੇ ਅਸੀਂ ਸ਼ਮਸ਼ਾਨ 'ਚ ਬੈਠੇ ਹਾਂ। ਫਿਰ ਉਹ ਜਿਹੜੀ ਬੀਬੀ ਸੀ ਉਹਦੀ ਕਾਮ ਵਾਸਨਾ ਖੰਭ ਲਾ ਕੇ ਉੱਡ ਗਈ ਸੀ। ਸੋ ਇਸੇ ਤਰ੍ਹਾਂ ਇੱਕ ਵਾਰ ਮਹਾਂਪੁਰਖ ਜਦੋਂ ਮਸਤੂਆਣੀ ਸਾਹਿਬ ਦੀ ਸੇਵਾ ਕਰਾ ਰਹੇ ਸੀ ਅਤੇ ਉੱਥੇ ਦੀਵਾਨ ਇੱਕ ਬੜਾ ਭਾਰਾ ਲੱਗਾ ਸੀ। ਉਹਨਾਂ ਟਾਈਮਾਂ ਦੇ ਵਿੱਚ ਇੱਕ ਜਿਹੜਾ ਧਾੜ ਵੀ ਸੀਗਾ ਉਹਨੂੰ ਪੁਲਿਸ ਦੇ ਕੁਛ ਸਿਪਾਹੀ ਉਹ ਲੈ ਕੇ ਹੱਥ ਕੜੀਆਂ ਅਤੇ ਬੇੜੀਆਂ ਪਾ ਕੇ ਲਿਜਾ ਕੇ ਕਿਸੇ ਰਾਜੇ ਦੇ ਪੇਸ਼ ਕਰਨ ਲੈ ਕੇ ਜਾ ਰਹੇ ਸੀ। ਜਦੋਂ ਇਹ ਧਾੜ ਵੀ ਜਿਹੜਾ ਬੜਾ ਨਾਮਵਰ ਸੀਗਾ, ਇਹ ਮਸਤੂਆਣੇ ਸਾਹਿਬ ਦੇ ਲਾਗੋਂ ਦੀ ਲੰਘਿਆ ਅਤੇ ਇਹਨੇ ਆਪਣੇ ਸਿਪਾਹੀ ਜਿਹੜੇ ਅਫਸਰ ਸੀਗੇ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਮੈਨੂੰ ਰਾਜੇ ਨੇ ਜਦੋਂ ਮੈਂ ਉਹਦੇ ਸਾਹਮਣੇ ਜਾਣਾ ਹੈਗਾ, ਹੋ ਸਕਦਾ ਮੈਨੂੰ ਫਾਂਸੀ ਦੇ ਦੇਵੇ, ਮਾਰ ਦੇਵੇ, ਕੁਛ ਵੀ ਕਰ ਦੇਵੇ। ਇਸ ਕਰਕੇ ਮੇਰਾ ਕਿ ਚਿੱਤ ਕਰਦਾ ਕਿ ਮੈਂ ਜਾਂਦਾ ਮਹਾਂਪੁਰਖ ਬਾਬਾ ਅਤਰ ਸਿੰਘ ਮਸਤੂ ਵਾਲਿਆਂ ਦੇ ਚਰਨਾਂ ਦੇ ਵਿੱਚ ਇੱਕ ਵਾਰੀ ਨਮਸਕਾਰ ਕਰਦੇ ਹਾਂ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਜਿਹੜੇ ਸਿਪਾਹੀ ਸੀਗੇ ਉਹ ਕਹਿਣ ਲੱਗੇ ਵੀ ਸਾਨੂੰ ਤੇਰੀ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਆ। ਸਾਨੂੰ ਤਾਂ ਰਾਜੇ ਨੇ ਇਹ ਦੱਸਿਆ ਹੈਗਾ ਕਿ ਜਿੱਥੇ ਵੀ ਉਹ ਮਿਲਦਾ ਹੈਗਾ ਉਸਨੂੰ ਹੱਥ ਕੜੀਆਂ ਪਾ ਕੇ ਬੇੜੀਆਂ ਪਾ ਕੇ ਮੇਰੇ ਪੇਸ਼ ਕਰੋ, ਪਰ ਅਸੀਂ ਤਾਂ ਦਰਸ਼ਨ ਨਹੀਂ ਕਰਾ ਸਕਦੇ। ਪਰ ਉਸ ਧਾੜ ਵੀ ਨਹੀਂ ਕਿਹਾ ਵੀ ਉੱਥੇ ਵੀ ਤਾਂ ਤੁਸੀਂ ਜਦੋਂ ਮੈਨੂੰ ਫਾਂਸੀ ਦੇਣਾ ਅਤੇ ਮੇਰੀ ਆਖਰੀ ਇੱਛਾ ਪੁੱਛਣੀ ਆ। ਇਸ ਕਰਕੇ ਮੇਰੀ ਆਖਰੀ ਇੱਛਾ ਇਹ ਹੋਈ ਆ ਕਿ ਮੈਂ ਇੱਕ ਵਾਰ ਬਾਬਾ ਅਤਰ ਸਿੰਘ ਦੇ ਦਰਸ਼ਨ ਕਰਨੇ ਆ, ਤਾਂ ਫਿਰ ਤੁਸੀਂ ਮੈਨੂੰ ਜਿੱਥੇ ਮਰਜ਼ੀ ਲੈ ਕੇ ਚਲੇ ਜਾਓ, ਫਿਰ ਮੈਨੂੰ ਕੋਈ ਡਰ ਨਹੀਂ ਹੈਗਾ। ਕਿਉਂਕਿ ਵੱਧ ਤੋਂ ਵੱਧ ਫਾਂਸੀ ਦੀ ਗੱਲ ਆ, ਫਿਰ ਮੈਂ ਫਾਂਸੀ ਵੀ ਜਿਹੜੀ ਉਹ ਹੱਸ ਕੇ ਆਪਣੇ ਗਲ ਦੇ ਵਿੱਚ ਫੰਦਾ ਪਾ ਲੂੰਗਾ। ਜਦ ਇੰਨੀ ਗੱਲ ਹੋਈ ਤਾਂ ਅਫਸਰਾਂ ਨੇ ਆਪਸ ਵਿੱਚ ਵਿਚਾਰ ਕੀਤੀ ਅਤੇ ਵਿਚਾਰ ਕਰਕੇ ਕਹਿਣ ਲੱਗੇ, ਕਹਿੰਦੇ ਦੇਖ ਅਸੀਂ ਤੈਨੂੰ ਬਾਬਾ ਜੀ ਦਾ ਦਰਸ਼ਨ ਤਾਂ ਕਰਾ ਸਕਦੇ ਹਾਂ, ਪਰ ਤੈਨੂੰ ਅਸੀਂ ਖੋਲ੍ਹ ਨਹੀਂ ਸਕਦੇ। ਤੇਰੀਆਂ ਬੇੜੀਆਂ ਅਤੇ ਹੱਥਕੜੀਆਂ ਇਸੇ ਤਰ੍ਹਾਂ ਰਹਿਣਗੀਆਂ, ਤੂੰ ਸਾਡੇ ਨਾਲ ਚੱਲ ਅਤੇ ਅਸੀਂ ਤੈਨੂੰ ਦੂਰੋਂ ਜਿਹੜੇ ਮਹਾਂਪੁਰਖਾਂ ਦੇ ਦਰਸ਼ਨ ਕਰਾ ਦਿੰਦੇ ਹਾਂ। ਜਦ ਇੰਨੀ ਗੱਲ ਹੋਈ ਤਾਂ ਧਾੜ ਵੀ ਬੜਾ ਖੁਸ਼ ਹੋਇਆ
ਤੇ ਉਹ ਜਿਹੜੇ ਸਿਪਾਹੀ ਸੀਗੇ ਉਸ ਟਾਈਮ ਉਸ ਧਾੜਵੀ ਨੂੰ ਲੈ ਕੇ, ਜਿੱਥੇ ਮਹਾਂਪੁਰਖ ਮਸਤੂਆਣੇ ਸਾਹਿਬ ਡੇਰੇ ਦੇ ਵਿੱਚ ਹੀ ਦੀਵਾਨ ਸਜਾ ਕੇ ਬੈਠੇ ਸੀ ਤੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਸੀਗੀ, ਇਹ ਧਾੜਵੀ ਪਹੁੰਚ ਗਿਆ। ਜਦ ਇਹ ਧਾੜਵੀ ਪਹੁੰਚਿਆ, ਬਾਬਾ ਅਤਰ ਸਿੰਘ ਜਿਹੜੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਉੱਪਰ ਸਟੇਜ 'ਤੇ ਬੈਠੇ ਸੀਗੇ, ਕਾਲੀ ਲੋਈ ਲਈ ਸੀਗੀ ਅਤੇ ਅੱਧੀਆਂ ਅੱਖਾਂ ਖੁੱਲ੍ਹੀਆਂ ਅਤੇ ਅੱਧੀਆਂ ਅੱਖਾਂ ਮਹਾਂਪੁਰਖਾਂ ਦੀਆਂ ਬੰਦ ਸੀਗੀਆਂ। ਅਤੇ ਇਸ ਤਰ੍ਹਾਂ ਚੱਲਦੇ ਦੀਵਾਨ ਵਿੱਚ ਮਹਾਂਪੁਰਖਾਂ ਦੀ ਨਜ਼ਰ ਉਸ ਧਾੜਵੀ 'ਤੇ ਪਈ ਅਤੇ ਬਾਬਾ ਜੀ ਨੇ ਉੱਥੇ ਬੈਠਿਆ ਪੁਲਿਸ ਵਾਲੇ ਨੂੰ ਪੁੱਛਿਆ, ਕਹਿੰਦੇ ਭਾਈ ਇਹਨੂੰ ਕਦੇ ਬੇੜੀਆਂ 'ਚ ਬੰਨਿਆ ਹੈ, ਇਹਨੂੰ ਕਦੇ ਹੱਥ ਕੜੀਆਂ ਲਾਈਆਂ? ਅਤੇ ਫਿਰ ਪੁਲਿਸ ਵਾਲੇ ਨੇ ਦੱਸਿਆ, ਕਹਿੰਦੇ ਮਹਾਂਪੁਰਖੋ ਇਹ ਜਿਹੜਾ ਧਾੜਵੀ ਹੈ ਨਾ ਬੜਾ ਨਾਮਵਰ ਧਾੜਵੀ ਹੈਗਾ, ਕੋਈ ਮਾੜਾ ਮੋਟਾ ਨਹੀਂ ਆ, ਦੁਨੀਆ ਤੋਂ ਬਹੁਤ ਪੈ ਖਾਂਦੀ ਆ, ਇਸ ਕਰਕੇ ਇਸ ਨੂੰ ਪਕੜਨ ਵਾਸਤੇ ਪੁਲਿਸ ਨੇ ਕਈ ਵਾਰੀ ਛਾਪੇ ਮਾਰੇ ਆ, ਪਰ ਅੱਜ ਕਾਮਯਾਬੀ ਮਿਲੀ ਆ, ਇਹ ਅੱਜ ਪੁਲਿਸ ਦੇ ਹੱਥ ਚੜ੍ਹਿਆ ਹੈਗਾ ਅਤੇ ਅੱਜ ਅਸੀਂ ਇਸ ਨੂੰ ਰਾਜੇ ਦੀ ਕਚਹਿਰੀ 'ਚ ਪੇਸ਼ ਕਰਨਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖੋ ਭਾਈ ਤੁਸੀਂ ਉੱਥੇ ਰਾਜੇ ਦੀ ਕਚਹਿਰੀ 'ਚ ਇਹਨੂੰ ਪੇਸ਼ ਕਰਨਾ ਹੈਗਾ ਅਤੇ ਅਸੀਂ ਤੁਹਾਨੂੰ ਇਹ ਆਦੇਸ਼ ਦਿੰਦੇ ਹਾਂ ਕਿ ਇਸ ਧਾੜਵੀ ਦੀਆਂ ਜਿਹੜੀਆਂ ਹੱਥ ਘੜੀਆਂ ਹਨ ਉਹ ਖੋਲ੍ਹ ਦਿਓ ਅਤੇ ਇਹਦੀਆਂ ਬੇੜੀਆਂ ਵੀ ਨਾਲ ਖੋਲ੍ਹ ਦਿਓ, ਇਹਨੂੰ ਬਿਲਕੁਲ ਫ੍ਰੀ ਕਰ ਦਿਓ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਜਿਹੜੇ ਸਿਪਾਹੀ ਸੀ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਅਤੇ ਦੇਖਦੇ ਦੇਖਦੇ ਫਿਰ ਬਾਬਾ ਜੀ ਨੂੰ ਕਹਿਣਾ ਕਿ ਮਹਾਂਪੁਰਖ ਅਗਰ ਅਸੀਂ ਇਹਦੀਆਂ ਹੱਥ ਖੜੀਆਂ ਖੋਲ੍ਹ ਦਿੱਤੀਆਂ, ਬੇੜੀਆਂ ਖੋਲ੍ਹ ਦਿੱਤੀਆਂ ਅਤੇ ਫਿਰ ਅਸੀਂ ਰਾਜੇ ਨੂੰ ਕੀ ਜਵਾਬ ਦੇਵਾਂਗੇ? ਤਾਂ ਫਿਰ ਬਾਬਾ ਅਤਰ ਸਿੰਘ ਨੇ ਕਿਹਾ ਸੀਗਾ ਕਿ ਰਾਜੇ ਨੂੰ ਜਵਾਬ ਮੈਂ ਦਊਂਗਾ, ਤੁਸੀਂ ਬਸ ਇਹਦੀਆਂ ਹੱਥ ਖੜੀਆਂ ਖੋਲ੍ਹ ਦਿਓ। ਇੰਨੀ ਗੱਲ ਕਹੀ ਤਾਂ ਦੇਖੋ ਜਿਹੜੇ ਸਿਪਾਹੀ ਸੀ ਉਹਨਾਂ ਨੂੰ ਮਹਾਂਪੁਰਖਾਂ ਦੀ ਪਤਾ ਸੀਗਾ ਕਿ ਮਹਾਂਪੁਰਖ ਤਾਂ ਜਿਹੜੇ ਆ ਉਹ ਅਗੰਮੀ ਤਾਕਤ ਦੇ ਮਾਲਕ ਹੈ, ਤਾਂ ਕਿਆ ਕੀ ਆ ਦਰਗਾਹ ਚੱਲੇ ਸੋ ਕਿਸ ਕੋ ਨਜ਼ਰ ਲੈ ਆਵੇ ਤੱਲੇ। ਉਹਨਾਂ ਸਿਪਾਹੀਆਂ ਨੇ ਕੀਤਾ, ਉਸ ਧਾੜਵੀ ਦੀਆਂ ਪਹਿਲਾਂ ਹੱਥ ਖੜੀਆਂ ਖੋਲ੍ਹੀਆਂ, ਫਿਰ ਬੇੜੀਆਂ ਖੋਲ੍ਹਤੀਆਂ। ਜਦੋਂ ਉਹ ਜਿਹੜਾ ਧਾੜਵੀ ਸੀਗਾ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ ਅਤੇ ਬਾਬਾ ਜੀ ਫਿਰ ਸਿਪਾਹੀਆਂ ਨੂੰ ਕਹਿਣ ਲੱਗੇ, ਕਹਿੰਦੇ ਦੇਖੋ ਹੁਣ ਤੁਸੀਂ ਇਸ ਨੂੰ ਰਾਜੇ ਦੇ ਪੇਸ਼ ਕਰ ਦਿਓ, ਪਰ ਰਾਜੇ ਨੂੰ ਮੇਰਾ ਇੱਕ ਸੁਨੇਹਾ ਦੇ ਦਿਓ, ਉਹ ਇਹ ਸੁਨੇਹਾ ਦੇ ਦਿਓ ਕਿ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਇਸ ਧਾੜਵੀ ਨੂੰ ਬਿਲਕੁਲ ਬਰੀ ਕਰ ਦਿੱਤਾ ਹੈਗਾ। ਜਦ ਇੰਨੀ ਗੱਲ ਹੋਈ ਆ ਤਾਂ ਉਹ ਸਿਪਾਹੀ ਜਿਹੜੇ ਸੀ ਸਾਰੇ ਹੱਕੇ ਬੱਕੇ ਹੋਏ, ਕੁਛ ਨਹੀਂ ਬੋਲੇ। ਬਾਬਾ ਜੀ ਨੇ ਨਮਸਕਾਰ ਮੱਥਾ ਟੇਕ ਕੇ ਉੱਥੋਂ ਉਸੇ ਧਾੜਵੀ ਨੂੰ ਲੈ ਕੇ ਰਾਜੇ ਦੇ ਪੇਸ਼ ਹੋ ਗਏ। ਜਦ ਰਾਜੇ ਦੇ ਪੇਸ਼ ਹੋਏ ਤਾਂ ਰਾਜੇ ਨੇ ਜਦ ਧਾੜਵੀ ਨੂੰ ਆਪਣੇ ਦਰਬਾਰ ਦੇ ਵਿੱਚ ਤੱਕਿਆ ਅਤੇ ਰਾਜੇ ਨੇ ਬੜੇ ਹੈਰਾਨੀ ਹੋ ਕੇ ਸਿਪਾਹੀ ਨੂੰ ਪੁੱਛਿਆ ਕਿ ਇਹ ਬੜਾ ਨਾਮਵਰ ਧਾੜਵੀ ਹੈ, ਬੜਾ ਵੱਡਾ ਡਾਕੂ ਹੈਗਾ, ਲੋਕ ਇਹ ਤੋਂ ਬੜੇ ਭੈ ਖਾਂਦੇ ਆ, ਅਤੇ ਤੁਸੀਂ ਇਹਦੇ ਹੱਥ ਕੜੀਆਂ ਕਿਉਂ ਨਹੀਂ ਲਾਈਆਂ? ਫਿਰ ਉਸ ਸਿਪਾਹੀਆਂ ਨੇ ਰਾਜੇ ਨੂੰ ਦੱਸਿਆ ਸੀਗਾ, ਕਹਿਣ ਲੱਗੇ ਮਹਾਂਪੁਰਖ ਵੀ ਅਸੀਂ ਪਹਿਲਾਂ ਹੱਥ ਖੜੀਆਂ ਤਾਂ ਲਾਈਆਂ ਸੀ, ਬੇੜੀਆਂ ਵੀ ਪਈਆਂ ਸੀ, ਪਰ ਇਹਨੇ ਇੱਛਾ ਜ਼ਾਹਰ ਕੀਤੀ ਸੀ ਕਿ ਮੈਂ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਦੇ ਦਰਸ਼ਨ ਕਰਨੇ ਆ। ਅਤੇ ਜਦੋਂ ਅਸੀਂ ਇਸ ਨੂੰ ਦਰਸ਼ਨ ਕਰਵਾਉਣ ਲੈ ਕੇ ਗਏ ਸੀ ਤਾਂ ਬਾਬਾ ਜੀ ਨੇ ਸਾਨੂੰ ਆਦੇਸ਼ ਦਿੱਤਾ ਸੀਗਾ ਵੀ ਇਹਦੀਆਂ ਹੱਥ ਖੜੀਆਂ ਅਤੇ ਬੇੜੀਆਂ ਖੋਲ੍ਹ ਦਿਓ, ਅਤੇ ਤਾਂ ਅਸੀਂ ਖੋਲ੍ਹ ਦਿੱਤੀਆਂ। ਜਦ ਇਹ ਗੱਲ ਹੋਈ ਤਾਂ ਫਿਰ ਜਿਹੜਾ ਰਾਜਾ ਸੀਗਾ ਉਹ ਸੁਣ ਕੇ ਚੁੱਪ ਕਰ ਗਿਆ, ਪਰ ਨਾਲ ਹੀ ਸਿਪਾਹੀਆਂ ਨੇ ਰਾਜੇ ਨੂੰ ਇਹ ਵੀ ਦੱਸਿਆ ਕਿ ਮਹਾਂਪੁਰਖਾਂ ਨੇ ਇੱਕ ਸੁਨੇਹਾ ਆਪ ਜੀ ਨੂੰ ਵੀ ਦਿੱਤਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਰਾਜਾ ਕਹਿਣ ਲੱਗਾ ਵੀ ਕਿਹੋ ਜਿਹਾ ਸੁਨੇਹਾ ਹੈ? ਤਾਂ ਫਿਰ ਸਿਪਾਹੀਆਂ ਨੇ ਰਾਜੇ ਨੂੰ ਇਹ ਦੱਸਿਆ ਕਿ ਬਾਬਾ ਅਤਰ ਸਿੰਘ ਕਹਿੰਦੇ ਸੀਗੇ ਕਿ ਮੈਂ ਇਸ ਧਾੜਵੀ ਨੂੰ ਬਰੀ ਕਰ ਦਿੱਤਾ ਹੈਗਾ, ਬਾਕੀ ਹੁਣ ਤੁਸੀਂ ਦੇਖ ਲਓ, ਇਹ ਤਾਂ ਆਦੇਸ਼ ਮਹਾਂਪੁਰਖਾਂ ਨੇ ਦਿੱਤਾ ਹੈਗਾ। ਜਦ ਇਹ ਬਰੀ ਦਾ ਸ਼ਬਦ ਰਾਜੇ ਨੇ ਕੰਨੀ ਸੁਣਿਆ ਸੀਗਾ ਅਤੇ ਰਾਜਾ ਜਿਹੜਾ ਸੀਗਾ ਉਹ ਪੂਰੀ ਤਰ੍ਹਾਂ ਬਰੀ ਸ਼ਬਦ ਤੋਂ ਇੰਨਾ ਪ੍ਰਭਾਵਿਤ ਹੋਇਆ ਸੀਗਾ ਅਤੇ ਉਹ ਹੱਥ ਜੋੜ ਕੇ ਕਹਿਣ ਲੱਗਾ ਕਿ ਅਗਰ ਦੀਨ ਦੁਨੀ ਦੇ ਮਾਲਕ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਇਸ ਧਾੜਵੀ ਨੂੰ ਬਰੀ ਕਰ ਸਕਦੇ ਆ ਅਤੇ ਫਿਰ ਮੈਂ ਕੌਣ ਹੁੰਦਾ ਜਿਹੜਾ ਇਹਨੂੰ ਸਜ਼ਾ ਦੇ ਦਿਆਂ? ਇਸ ਕਰਕੇ ਪਾਈ ਜਾਓ, ਅਗਰ ਤੈਨੂੰ ਸੰਤਾਂ ਨੇ ਬਰੀ ਕਰ ਦਿੱਤਾ ਸਾਡੇ ਵੱਲੋਂ ਤੂੰ ਬਰੀ ਆ। ਅਤੇ ਉਸ ਧਾੜਵੀ ਨੂੰ ਜਾਣ ਦਾ ਰਾਜੇ ਨੇ ਆਦੇਸ਼ ਦੇ ਦਿੱਤਾ ਸੀ। ਫਿਰ ਜਿਹੜਾ ਧਾੜਵੀ ਸੀ ਕਿਧਰੇ ਨਹੀਂ ਗਿਆ, ਇਹ ਸਿੱਧਾ ਮਸਤੂਆਣੇ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਦੇ ਚਰਨਾਂ 'ਚ ਆ ਕੇ ਇਹਨੇ ਜਦ ਨਮਸਕਾਰ ਕੀਤੀ, ਮੱਥਾ ਟੇਕਿਆ ਅਤੇ ਬਾਬਾ ਜੀ ਨੂੰ ਕਹਿਣ ਲੱਗਿਆ ਕਿ ਮਹਾਂਪੁਰਖੋ ਤੁਸੀਂ ਮੈਨੂੰ ਹੁਣ ਨਵਾਂ ਜੀਵਨ ਦਿੱਤਾ ਹੈਗਾ, ਹੁਣ ਮੈਂ ਕਿਤੇ ਨਹੀਂ ਜਾਣਾ, ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਹੀ ਸੇਵਾ ਕਰਨੀ ਆ। ਸੋ ਜਦੋਂ ਇਹਨੇ ਆਪਣੀ ਜਿਹੜੀ ਸੀ ਇੱਛਾ ਮਹਾਂਪੁਰਖਾਂ ਦੇ ਅੱਗੇ ਜ਼ਾਹਰ ਕੀਤੀ ਸੀ ਤਾਂ ਬਾਬਾ ਜੀ ਹੱਸ ਪਏ ਸੀ, ਕਹਿਣ ਲੱਗੇ ਦੇਖ ਲਾ ਪੁਰਖਾ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ, ਜੇ ਤੂੰ ਕਰ ਸਕਦਾ ਤੇਰੀ ਮਰਜ਼ੀ ਹੈਗੀ ਆ। ਪਰ ਧਾੜਵੀ ਕਹਿਣ ਲੱਗਾ ਕਿ ਨਹੀਂ ਜੀ, ਮੈਂ ਤਾਂ ਹੁਣ ਸੇਵਾ ਹੀ ਕਰੂੰਗਾ। ਸੋ ਮਹਾਂਪੁਰਖਾਂ ਨੇ ਵੀ ਇਹਦੇ ਅੰਦਰ ਜਿਹੜੀ ਸਿਦਕ ਦੀ ਨਵੀਂ ਤਸਵੀਰ ਸੀ ਦੇਖ ਲਈ ਸੀ। ਪੁਰਾਣੇ ਜਿੰਨੇ ਪਾਪ ਸੀ ਕੁਕਰਮ ਕੀਤੇ ਸੀਗੇ ਉਹ ਮਹਾਂਪੁਰਖਾਂ ਦੀ ਇੱਕੋ ਦ੍ਰਿਸ਼ਟੀ ਦੇ ਨਾਲ ਨਸ਼ਟ ਹੋ ਗਏ ਸੀਗੇ। ਉਸ ਤੋਂ ਬਾਅਦ ਇਹ ਜਿਹੜਾ ਧਾੜਵੀ ਸੀ ਇਹ ਲਗਾਤਾਰ ਮਹਾਂਪੁਰਖਾਂ ਦਾ ਸੇਵਕ ਬਣ ਕੇ ਅੰਮ੍ਰਿਤ ਛਕ ਕੇ ਫਿਰ ਇਹ ਗੁਰੂ ਘਰ ਦੀ ਸੇਵਾ ਕਰਦਾ ਰਿਹਾ ਹੈਗਾ। ਸੋ ਇੱਕ ਵਾਰ ਇੱਕ ਸੱਜਣ ਮਹਾਂਪੁਰਖਾਂ ਦੇ ਪਾਸ ਆਏ। ਜਦੋਂ ਸੱਜਣ ਮਹਾਂਪੁਰਖਾਂ ਦੇ ਪਾਸ ਆਏ ਤਾਂ ਆ ਕੇ ਬਾਬਾ ਜੀ ਨੂੰ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਮੈਂ ਇੱਕ ਸਵਾਲ ਆਪ ਜੀ ਨੂੰ ਪੁੱਛਣਾ ਹੈਗਾ। ਅਤੇ ਬਾਬਾ ਜੀ ਕਹਿਣ ਲੱਗੇ ਕਿ ਦੱਸੋ ਕਿਹੋ ਜਿਹਾ ਸਵਾਲ ਪੁੱਛਣਾ? ਉਹ ਕਹਿਣ ਲੱਗੇ ਜੀ ਮੈਂ ਮਰ ਗਿਆ ਸੀਗਾ ਅਤੇ ਜਦੋਂ ਮੈਂ ਮਰਿਆ ਸੀਗਾ ਮੈਨੂੰ ਜਮਦੂਤ ਦਰਗਾਹ ਲੈ ਗਏ ਸੀਗੇ, ਪਰ ਕਹਿੰਦੇ ਵੀ ਕਮਾਲ ਹੈ, ਜਮਦੂਤਾਂ ਨੇ ਮੈਨੂੰ ਰਸਤੇ ਵਿੱਚ ਮਜਾਲ ਹੋਵੇ ਕਿ ਮੈਨੂੰ ਮਾਰਿਆ ਕੁੱਟਿਆ ਹੋਵੇ,
ਤੇ ਉਹ ਤਾਂ ਮੈਨੂੰ ਬੜੇ ਸਤਿਕਾਰ ਪਿਆਰ ਦੇ ਨਾਲ ਦਰਗਾਹ ਲੈ ਕੇ ਚਲੇ ਗਏ ਸੀ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਕਹਿਣ ਲੱਗੇ ਫਿਰ ਦੱਸ ਤੂੰ ਕੀ ਚਾਹੁੰਦਾ। ਉਹ ਕਹਿੰਦਾ ਮੈਂ ਇਹ ਚਾਹੁੰਦਾ ਹੈਗਾ ਕਿ ਮੈਨੂੰ ਕੁੱਟ ਕਿਉਂ ਨਹੀਂ ਪਈ ਹੈ, ਮੈਨੂੰ ਮਾਰ ਜਮਦੂਤਾਂ ਦੀ ਕਿਉਂ ਨਹੀਂ ਪਈ ਹੈ। ਜਦ ਕਿ ਗੁਰਬਾਣੀ ਵਿੱਚ ਜਮਦੂਤਾਂ ਦੀ ਮਾਰ ਦਾ ਬੜਾ ਜ਼ਿਕਰ ਆਉਂਦਾ ਹੈਗਾ, ਪਰ ਮੈਨੂੰ ਤਾਂ ਜਮਦੂਤਾਂ ਨੇ ਕੁਛ ਨਹੀਂ ਕਿਹਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਇਹ ਤੂੰ ਜਿਹੜੀ ਸਾਰੀ ਖਬਰ ਹੈ ਸੰਗਤ 'ਚ ਸਾਂਝੀ ਕਰ। ਫਿਰ ਉਹ ਸੱਜਣ ਨੇ ਦੱਸਿਆ ਸੀਗਾ, ਉਹ ਕਹਿਣ ਲੱਗਾ ਵੀ ਦੇਖੋ ਮੈਂ ਘਰ ਦੇ ਵਿੱਚ ਹੀ ਸੀਗਾ ਅਤੇ ਮੇਰੇ ਹੈ ਨਾ ਦਿਲ ਨੂੰ ਥੋੜ੍ਹੀ ਘਬਰਾਹਟ ਹੋਣ ਲੱਗ ਪਈ, ਸਾਹ ਥੋੜ੍ਹੇ ਜਿਹੇ ਔਖੇ ਹੋਣ ਲੱਗ ਪਏ ਅਤੇ ਮੈਂ ਮਨ 'ਚ ਸੋਚਿਆ ਵੀ ਇੱਥੇ ਥੋੜ੍ਹੀ ਗਰਮੀ ਆ, ਘਬਰਾਹਟ ਹੁੰਦੀ ਆ, ਸਾਹ ਔਖੇ ਆਉਂਦੇ ਆ, ਕਿਉਂ ਨਾ ਹੋਵੇ ਮੈਂ ਕੋਠੇ 'ਤੇ ਜਾ ਚੱਲ ਜਾਵਾਂ ਅਤੇ ਕੋਠੇ 'ਤੇ ਜਾ ਕੇ ਥੋੜ੍ਹੀ ਹਵਾ ਲਵਾਂ ਤਾਂ ਜੋ ਸਾਹ ਅਤੇ ਜਿਹੜੀ ਘਬਰਾਹਟ ਮੇਰੀ ਦੂਰ ਹੋ ਜਾਵੇ। ਕਹਿੰਦੇ ਉਹ ਵਿਚਾਰ ਕਰਕੇ ਮੈਂ ਕੋਠੇ 'ਤੇ ਚਲੇ ਗਿਆ। ਪਰ ਜਦੋਂ ਕਹਿੰਦੇ ਮੈਂ ਕੋਠੇ 'ਤੇ ਪਹੁੰਚਾ ਅਤੇ ਜਿਉਂ ਕਹਿੰਦੇ ਮੈਂ ਕੋਠੇ 'ਤੇ ਪਹੁੰਚਾ ਤਾਂ ਮੇਰੇ ਸਾਹ ਬਿਲਕੁਲ ਸੌਖੇ ਹੋ ਗਏ। ਅਚਨਚੇਤ ਮੈਂ ਜਦ ਨਿਗਾਹ ਮਾਰੀ ਮੈਂ ਕੀ ਦੇਖਿਆ ਕਿ ਮੇਰੇ ਘਰ ਦੇ ਵਿੱਚ ਰੌਲਾ ਪਿਆ ਹੈਗਾ। ਉਹ ਸੱਜਣ ਕਹਿਣ ਲੱਗੇ ਵੀ ਜਿਹੜੀ ਮੇਰੀ ਘਰ ਵਾਲੀ ਸੀ ਬੱਚੇ ਉਹ ਚੀਕ ਝਾੜਾ ਪਾਇਆ ਸੀ ਅਤੇ ਮੈਂ ਕੀ ਦੇਖਿਆ ਕਿ ਮੈਂ ਤਾਂ ਕੋਠੇ 'ਤੇ ਹੈ ਆਪਣਾ ਤੱਕਿਆ, ਪਰ ਮੇਰਾ ਸਰੀਰ ਜਿਹੜਾ ਉਹ ਥੱਲੇ ਪਿਆ ਹੈਗਾ ਅਤੇ ਸਾਰੇ ਸਰੀਰ ਦੇ ਕੋਲ ਬੈਠ ਕੇ ਉੱਚੀ ਉੱਚੀ ਰੋਣ ਦੇ। ਕਹਿੰਦੇ ਮੈਂ ਹੈਰਾਨ ਹੋ ਗਿਆ ਵੀ ਇਹ ਕਿਵੇਂ ਹੋ ਗਿਆ ਹੈਗਾ ਅਤੇ ਮੈਂ 1 ਤੋਂ 2 ਕਿਵੇਂ ਹੋ ਗਿਆ ਹਾਂ। ਪਰ ਬਾਅਦ ਦੇ ਵਿੱਚ ਮੈਨੂੰ ਸਮਝ ਆਈ ਵੀ ਭਾਈ ਇਹ ਜਿਹੜਾ ਮੇਰਾ 5 ਭੂਤਕ ਸਰੀਰ ਵਾ ਇਹ ਤਾਂ ਥੱਲੇ ਆ, ਮੈਂ ਰਹਿਣ ਵਾਲੇ ਤੋਂ ਬਾਹਰ ਆ ਗਿਆ ਹੈਗਾ। ਕਹਿੰਦੇ ਮੈਂ ਇਸੇ ਸੋਚ 'ਚ ਸੀਗਾ ਅਤੇ ਮੈਂ ਕੀ ਦੇਖਿਆ, ਉਹ ਆਂਢ ਗੁਆਂਢ ਵਾਲੇ ਜਿਹੜੇ ਉਹ ਇੱਕ ਡਾਕਟਰ ਨੂੰ ਲੈ ਆਏ। ਜਦ ਕਹਿੰਦੇ ਵੈਦ ਆਇਆ, ਉਹਨੇ ਮੈਨੂੰ ਕਹਿੰਦੇ ਮੇਰੇ ਸਰੀਰ ਨੂੰ ਦੇਖਿਆ ਅਤੇ ਉਹਨੇ ਇਹ ਕਹਿ ਤਾ ਵੀ ਇਹ ਮਰ ਚੁੱਕਾ ਹੈਗਾ, ਇਹ ਹੁਣ ਖਤਮ ਹੈਗਾ। ਜਦ ਇੰਨੀ ਗੱਲ ਹੋਈ ਤਾਂ ਪਿੱਠ ਸਾਪਾ ਜ਼ਿਆਦਾ ਪੈ ਗਿਆ। ਇਸ ਤੋਂ ਪਹਿਲਾਂ ਉਹ ਕਹਿੰਦਾ ਕਿ ਮੈਂ ਕੁਛ ਸੋਚਦਾ ਕੁਛ ਕਹਿੰਦਾ, ਇਹ ਸਾਰੀ ਘਟਨਾ ਨੇ ਕਹਿੰਦੇ ਮੈਨੂੰ ਹੈਰਾਨ ਕਰ ਦਿੱਤਾ। ਪਰ ਅਚਨਚੇਤ ਮੈਂ ਕੀ ਦੇਖਿਆ ਕਿ 2 ਜਮਦੂਤ ਆਏ, ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਵੀ ਚੱਲ ਚੱਲੀਏ। ਕਹਿੰਦੇ ਇੰਨੀ ਕਹਿਣ ਦੀ ਢੇਰ ਸੀ, ਮੈਂ ਹੈਰਾਨ ਹੋ ਗਿਆ ਵੀ ਇਹ ਲੋਕ ਕਿੱਧਰੋਂ ਆ ਗਏ ਆ, ਮੈਂ ਤਾਂ ਇਹਨਾਂ ਨੂੰ ਜਾਣਦਾ ਨਹੀਂ ਹੈਗਾ। ਕਿ ਕਹਿੰਦੇ ਜਦ ਕਿ ਮੈਂ ਉਹਨੂੰ ਜਮਦੂਤਾਂ ਨੂੰ ਕੁਛ ਕਹਿੰਦਾ ਮੈਨੂੰ ਕਹਿੰਦੇ ਕੋਈ ਸਮਾਂ ਹੀ ਨਹੀਂ ਮਿਲਿਆ ਗੱਲ ਕਰਨ ਦਾ। ਉਹ ਜਿਹੜੇ ਜਮਦੂਤ ਸੀ ਉਹ ਮੈਨੂੰ ਜਮ ਮਾਰਗ ਥਾਣੀ ਲੈ ਗਏ। ਕਹਿੰਦੇ ਜਮ ਮਾਰਗ ਥਾਣੀ 'ਚ ਲੈ ਗਏ ਅਤੇ ਕਹਿੰਦੇ ਇੱਕ ਜਮਦੂਤ ਜਿਹੜਾ ਸੀ ਮੇਰੇ ਸੱਜੇ ਤੁਰਨ ਲੱਗ ਪਿਆ, ਖੱਬੇ ਮੈਂ ਗੱਭੇ ਤੁਰਿਆ ਜਾਵਾਂ। ਅਤੇ ਮੈਂ ਕਹਿੰਦੇ ਜਮ ਮਾਰਗ ਥਾਣੀ ਕੀ ਦੇਖਿਆ ਕਿ ਉੱਥੇ ਇੱਕ ਨਹੀਂ ਅਨੇਕਾਂ ਹੀ ਐਸੇ ਪ੍ਰਾਣੀ ਆ ਜਿਹਨਾਂ ਨੂੰ ਜਮਦੂਤ ਜਿਹੜੇ ਆ ਉਹ ਧਰਮਰਾਜ ਦੀ ਕਚਹਿਰੀ 'ਚ ਲੈ ਕੇ ਜਾ ਰਹੇ ਆ। ਕਈਆਂ ਨੂੰ ਕੇਸਾਂ ਤੋਂ ਫੜ ਕੇ ਘੜੀਸ ਕੇ ਲੈ ਰਹੇ ਆ, ਕਈਆਂ ਨੂੰ ਸੰਗਲਾਂ ਤੋਂ ਫੜ ਕੇ ਘੜੀਸ ਕੇ ਲੈ ਕੇ ਜਾ ਰਹੇ ਆ, ਕਈਆਂ ਨੂੰ ਕਿਸੇ ਤਰ੍ਹਾਂ ਲੈ ਕੇ ਜਾ ਰਹੇ ਆ। ਕਹਿੰਦੇ ਵੀ ਬੜਾ ਦਰਦਨਾਕ ਦ੍ਰਿਸ਼ ਸੀਗਾ। ਮੈਂ ਦੇਖਦੇ ਸਾਰ ਹੱਕਾ ਬੱਕਾ ਹੋ ਗਿਆ ਵੀ ਇਹ ਕਿਵੇਂ ਹੋ ਰਿਹਾ ਹੈਗਾ। ਪਰ ਜਿਹੜੇ ਮੇਰੇ ਜਮਦੂਤ ਸੀ ਕਹਿੰਦੇ ਵੀ ਉਹਨਾਂ ਨੇ ਮੈਨੂੰ ਨਾ ਕੇਸਾਂ ਤੋਂ ਫੜਿਆ, ਨਾ ਸੰਗਲਾਂ ਤੋਂ ਘੜੀਸਿਆ, ਨਾ ਉਹਨਾਂ ਨੇ ਮੈਨੂੰ ਮਾਰਿਆ ਕੁੱਟਿਆ। ਕੇਵਲ ਤੇ ਕਿ ਮੇਰੇ ਸੱਜੇ ਅਤੇ ਖੱਬੇ ਪਾਸੇ ਆਰਾਮ ਦੇ ਨਾਲ ਤੁਰੇ ਜਾਣ ਅਤੇ ਮੈਂ ਉਹਨਾਂ ਦੇ ਨਾਲ ਤੁਰੀ ਜਾਵਾਂ। ਕਹਿੰਦੇ ਤਾਂ ਤੁਰਦੇ ਅਚਨਚੇਤ ਕਹਿੰਦੇ ਕੋਈ ਮਹਾਂਪੁਰਖ ਜਿਹੜੇ ਸੀ ਨਾ ਰਸਤੇ ਵਿੱਚ ਪ੍ਰਗਟ ਹੋ ਗਏ। ਜਦ ਰਸਤੇ 'ਚ ਮੈਨੂੰ ਮਿਲੇ ਕਹਿੰਦੇ ਜਮਦੂਤਾਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਇਸ ਨੂੰ ਕਿੱਧਰ ਲਈ ਜਾਂਦਾ, ਇਸ ਦੀ ਤਾਂ ਹਜੇ ਜ਼ਿੰਦਗੀ ਹੋਰ ਹੈਗੀ, ਇਸ ਨੂੰ ਵਾਪਸ ਭੇਜ ਦਿਓ। ਕਹਿੰਦੇ ਇੰਨੀ ਗੱਲ ਹੋਈ ਤਾਂ ਜਮਦੂਤਾਂ ਨੇ ਕਹਿੰਦੇ ਜਿਹੜੀ ਸੀ ਮੈਨੂੰ ਧੱਕਾ ਮਾਰਿਆ ਅਤੇ ਮੈਂ ਮੁੜ ਕੇ ਫੇਰ ਸਰੀਰ 'ਚ ਆ ਗਿਆ। ਜਦ ਸਰੀਰ 'ਚ ਆਇਆ ਤਾਂ ਘਰ ਦੇ ਹੈਰਾਨ ਹੋ ਗਏ ਕਿ ਮਰ ਕੇ ਜਿਵੇਂ ਕਿਵੇਂ ਜਿੰਦਾ ਹੋ ਗਿਆ। ਪਰ ਇਹ ਜਿਹੜੀ ਘਟਨਾ ਸੀ ਕਹਿੰਦੇ ਵੀ ਇਹ ਮੇਰੇ ਨਾਲ ਹੋਈ ਸੀ, ਪਰ ਮੈਨੂੰ ਪਹਿਲਾਂ ਇੱਦਾਂ ਲੱਗਾ ਵੀ ਜਿੱਦਾਂ ਮੈਨੂੰ ਕੋਈ ਸੁਪਨਾ ਹੋਇਆ ਹੁੰਦਾ, ਕਿਉਂਕਿ ਮੇਰੇ ਨਾਲ ਅਸਲੀਅਤ 'ਚ ਹੋਈ ਸੀ। ਇਸ ਕਰਕੇ ਇਸ ਘਟਨਾ ਦਾ ਗਵਾਹ ਕੇਵਲ ਅਤੇ ਕੇਵਲ ਮੈਂ ਹੀ ਹਾਂ। ਪਰ ਇਹ ਮੈਂ ਹੀ ਜਾਣਦਾ ਕਿ ਮੈਂ ਬਿਲਕੁਲ ਅਸਲੀਅਤ ਦੇ ਵਿੱਚ ਮਰ ਚੁੱਕਾ ਸੀਗਾ ਅਤੇ ਜਮਦੂਤ ਜਿਹੜੇ ਸੀਗੇ ਮੈਨੂੰ ਧਰਮਰਾਜ ਦੀ ਕਚਹਿਰੀ ਦਬੋ ਦਬ ਲਈ ਜਾ ਰਹੇ ਸੀਗੇ। ਕਹਿੰਦੇ ਵੀ ਜਦੋਂ ਮੈਂ ਇਸ ਤਰ੍ਹਾਂ ਤੱਕਿਆ ਫਿਰ ਕਹਿੰਦੇ ਵੀ ਮੈਂ ਆਪ ਜੀ ਦੇ ਪਾਸ ਆਇਆ ਅਤੇ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖ ਭਾਈ ਜਦੋਂ ਤੂੰ ਸ਼ੁਰੂ ਦੇ ਵਿੱਚ ਤੈਨੂੰ ਸਿੱਖੀ ਦੀ ਲਗਨ ਲੱਗੀ, ਪਿਆਰ ਲੱਗਿਆ ਸੀ, ਤੂੰ ਇੱਥੇ ਦੀਵਾਨ ਵਿੱਚ ਆਇਆ ਸੀਗਾ। ਕਹਿੰਦਾ ਹਾਂਜੀ ਮਹਾਂਪੁਰਖੋ। ਉਸ ਟਾਈਮ ਕਹਿੰਦੇ ਵੀ ਮੈਂ ਕੁਛ ਪ੍ਰੇਮੀਆਂ ਦੇ ਨਾਲ ਪਿੰਡ ਦੇ ਲੋਕਾਂ ਦੇ ਨਾਲ ਪਹਿਲਾਂ ਦੀਵਾਨ 'ਚ ਆਇਆ ਸੀਗਾ ਅਤੇ ਆਪ ਜੀ ਦੇ ਬਚਨ ਵੀ ਸਰਵਣ ਕੀਤੇ ਸੀ। ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਚੱਲ ਠੀਕ ਆ, ਅਗਰ ਤੂੰ ਦੀਵਾਨ 'ਚ ਆਇਆ ਹੋਊਗਾ ਤਾਂ ਕੋਈ ਸੇਵਾ ਵੀ ਕੀਤੀ ਹੋਗੀ। ਕਹਿੰਦਾ ਹਾਂਜੀ ਜੀ, ਉਹਨਾਂ ਟਾਈਮਾਂ ਦੇ ਵਿੱਚ ਮੈਂ ਦੀਵਾਨ ਵਿੱਚ ਵੀ ਆਇਆ ਸੀ, ਬਚਨ ਵੀ ਸਰਵਣ ਕੀਤੇ, ਕੀਰਤਨ ਵੀ ਸੁਣਿਆ ਅਤੇ ਕੁਛ ਦਿਨ ਸੇਵਾ ਵੀ ਕੀਤੀ ਆ। ਪਰ ਉਸ ਤੋਂ ਬਾਅਦ ਫਿਰ ਜਦ ਮੈਂ ਪਿੰਡ ਗਿਆ ਸੀਗਾ ਫਿਰ ਕਹਿੰਦੇ ਵੀ ਮੈਂ ਸਿਰਫ ਨਾਂ ਦਾ ਸਿੱਖ ਹਾਂ, ਸਿੱਖੀ ਭੇਸ ਤਾਂ ਮੇਰਾ ਹੈਗਾ, ਪਰ ਉਸ ਤੋਂ ਬਾਅਦ ਨਾ ਤਾਂ ਮੈਂ ਕਦੀ ਪਾਠ ਕੀਤਾ, ਨਾ ਕਦੀ ਕਿਸੇ ਸਾਧੂ ਸੰਗਤ ਦੀ ਸੇਵਾ ਕੀਤੀ, ਨਾ ਗੁਰਦੁਆਰੇ ਗਿਆ ਹੈਗਾ। ਪਰ ਉਸ ਤੋਂ ਬਾਅਦ ਮੈਂ ਨੋਰਮਲੀ ਜ਼ਿੰਦਗੀ ਘਰ 'ਚ ਬਤੀਤ ਕੀਤੀ ਆ। ਬਸ ਕੇਵਲ ਅਤੇ ਕੇਵਲ ਘਰ ਦੇ ਗੁਜ਼ਾਰੇ ਵਾਸਤੇ ਕੰਮ ਕੀਤਾ। 3 ਚੀਜ਼ਾਂ ਮੈਨੂੰ ਯਾਦ ਰਹਿ ਗਈਆਂ ਕਿ ਲੂਣ, ਤੇਲ, ਲੱਕੜੀਆਂ, ਬਾਕੀ ਗੱਲਾਂ ਫਾਕੜੀਆਂ। ਜਦ ਇੰਨੀ ਗੱਲ ਹੈ ਤਾਂ ਬਾਬਾ ਜੀ ਫਿਰ ਕਹਿਣ ਲੱਗੇ, ਕਹਿੰਦੇ ਦੇਖ ਭਾਈ ਨਾਮ ਬਾਣੀ ਦੀ ਇੰਨੀ ਮਹਿਮਾ ਹੈਗੀ ਆ ਹੈ ਨਾ। ਅਗਰ ਕੋਈ ਆਦਮੀ ਮਨ ਚਿੱਤ ਕਰਕੇ ਅਗਰ ਥੋੜ੍ਹੇ ਦਿਨ ਨਾਮ ਨੂੰ ਸੁਣੇ, ਕੀਰਤਨ ਸਰਵਣ ਕਰੇ, ਸੇਵਾ ਕਰੇ ਅਤੇ ਕਹਿੰਦੇ ਵੀ ਉਹਦੀ ਕਮਾਈ ਇੰਨੀ ਬਣ ਜਾਂਦੀ ਆ। ਅਤੇ ਕਹਿੰਦੇ ਵੀ ਜਮਦੂਤ ਜਿਹੜੇ ਆ ਚਾਹੇ ਉਸ ਨੂੰ ਧਰਮਰਾਜ ਦੀ ਕਚਹਿਰੀ ਲੈ ਕੇ ਵੀ ਜਾਣ, ਪਰ ਕਹਿੰਦੇ ਜਮਦੂਤ ਜਿਹੜੇ ਆ ਉਹਨੂੰ ਹੱਥ ਨਹੀਂ ਲਾ ਸਕਦੇ, ਉਸ ਨੂੰ ਮਾਰ ਕੁੱਟ ਨਹੀਂ ਸਕਦੇ। ਅਤੇ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਉਹ ਉਸ ਪ੍ਰੇਮੀ ਜਿਹੜਾ ਸੀਗਾ ਬੜਾ ਹੈਰਾਨ ਹੋਇਆ ਅਤੇ ਬਾਬਾ ਜੀ ਨੂੰ ਕਿਹਾ, ਕਹਿੰਦੇ ਵੀ ਭਾਈ
ਉਹ ਜਿਹੜੇ ਸੰਤ ਮੈਨੂੰ ਰਸਤੇ 'ਚ ਮਿਲੇ ਸੀ, ਜਿਹਨਾਂ ਨੇ ਮੈਨੂੰ ਦੁਬਾਰਾ ਸਰੀਰ ਦੇ ਵਿੱਚ ਭੇਜ ਦਿੱਤਾ ਸੀਗਾ, ਇਹ ਕੌਣ ਸੀ? ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਇਹ ਤੇਰੇ ਜਿਹੜੇ ਇਸ ਕਰਮਾਂ ਦੇ ਵਿੱਚ ਜਪ ਤਪ ਦਾ ਪੁੰਨ ਕੀਤਾ ਹੈ ਨਾ, ਉਹ ਪੁੰਨ ਹੀ ਤੇਰਾ ਜਿਹੜਾ ਹੈਗਾ ਇਹ ਰੂਪ ਧਾਰ ਕੇ ਮੋੜੇ ਖੜ ਗਿਆ ਸੀਗਾ। ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਦੱਸਿਆ ਸੀਗਾ ਕਿ ਅਗਰ ਤੂੰ ਧਰਮਰਾਜ ਦੀ ਕਚਹਿਰੀ ਵੀ ਚਲਿਆ ਜਾਂਦਾ, ਫਿਰ ਕਹਿੰਦੇ ਤੈਨੂੰ ਧਰਮਰਾਜ ਵੀ ਜਿਹੜਾ ਹੈ ਨਾ ਕਿਸੇ ਜੂਨਾਂ ਵਿੱਚ ਜਾਂ ਨਰਕ 'ਚ ਨਹੀਂ ਸੀ ਪਾ ਸਕਦਾ। ਹਾਂ, ਤੇਰਾ ਦੁਬਾਰਾ ਜਨਮ ਫਿਰ ਮਨੁੱਖਾ ਦੇਹੀ ਦਾ ਹੋਣਾ ਸੀ। ਕਿਉਂਕਿ ਤੈਨੂੰ ਇੱਕ ਮੌਕਾ ਫਿਰ ਪਰਮੇਸ਼ਰ ਨੇ ਦੇਣਾ ਸੀਗਾ। ਪਰ ਇਸ ਤੋਂ ਪਹਿਲਾਂ ਕਿ ਤੈਨੂੰ ਦੁਬਾਰਾ ਜਨਮ ਮਿਲਦਾ ਤੇ ਤੇਰੇ ਪੁੰਨ ਜਿਹੜੇ ਰਸਤੇ 'ਚ ਖੜ ਕੇ ਉਹਨਾਂ ਨੇ ਤੈਨੂੰ ਇਸੇ ਸਰੀਰ ਦੇ ਵਿੱਚ ਦੁਬਾਰਾ ਫਿਰ ਇੱਕ ਮਨੁੱਖਾ ਦੇਹੀ ਦਾ ਮੌਕਾ ਦਿੱਤਾ, ਤਾਂ ਜੋ ਇਹ ਸਰੀਰ ਵਿੱਚ ਜਾ ਕੇ ਤੂੰ ਫਿਰ ਧਰਮ ਦੀ ਕਿਰਤ ਕਰ, ਨਾਮ ਜਪ, ਸੇਵਾ ਕਰ, ਭਜਨ ਸਿਮਰਨ ਕਰ, ਤਾਂ ਜੋ ਤੇਰੇ ਜਿਹੜੇ ਸਵਾਸ ਹਨ ਜਿਹੜੇ ਤੈਨੂੰ ਦੁਬਾਰਾ ਉਧਾਰੇ ਦਿੱਤੇ ਗਏ ਆ ਇਹ ਸਫਲ ਹੋਣ, ਤੇ ਤੇਰਾ ਜਿਹੜਾ ਜੀਵਨ ਵਾ ਉਹ ਸਫਲ ਹੋਵੇ, ਤੇ ਤੇਰਾ ਜਨਮ ਮਨ ਕੱਟਿਆ ਜਾਵੇ, ਤੇਰਾ ਲੋਕ ਪਰਲੋਕ ਸੁਖੀ ਹੋਵੇ। ਸੋ ਕਹਿਣ ਤੋਂ ਭਾਵ ਇਹ ਆ ਕਿ ਮਹਾਂਪੁਰਖ ਹਰੇਕ ਪ੍ਰਾਣੀ ਦੀਆਂ, ਲੋਕ ਦੀਆਂ ਅਤੇ ਪਰਲੋਕ ਦੀਆਂ ਸਭ ਦੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਜਾਣੂ ਸੀਗੇ। ਇਸੇ ਕਰਕੇ ਮਹਾਂਪੁਰਖਾਂ ਨੂੰ 20ਵੀਂ ਸਦੀ ਦੇ ਅਵਤਾਰ ਕਿਹਾ ਗਿਆ ਹੈ। ਵੱਡੇ ਵੱਡੇ ਰਾਜੇ, ਬਾਦਸ਼ਾਹ, ਇੱਥੋਂ ਤੱਕ ਜਿਹੜਾ ਇੰਗਲੈਂਡ ਦਾ ਜਾਰਜ ਸੀਗਾ, ਜਿਸ ਦੇ ਨਾਂ 'ਤੇ ਪੂਰੀ ਦੁਨੀਆ 'ਤੇ ਰਾਜ ਚੱਲਦਾ ਸੀਗਾ, ਉਹਨੇ ਵੀ ਜਦ ਮਹਾਂਪੁਰਖਾਂ ਨੂੰ ਦਿੱਲੀ ਤੱਕਿਆ ਸੀਗਾ, ਜਦੋਂ ਮਹਾਂਪੁਰਖ ਹਾਥੀ 'ਤੇ ਸਵਾਰ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਦੇ ਪਿੱਛੇ ਚੌਰ ਸਾਹਿਬ ਕਰ ਰਹੇ ਸੀ, ਤਾਂ ਉਸ ਟਾਈਮ ਸੰਤ ਬਾਬਾ ਅਤਰ ਸਿੰਘ ਹੋਣਾ ਨੇ ਉਸ ਰਾਜੇ ਵੱਲ ਹੱਥ ਤੱਕ ਕੇ ਇੱਕ ਸ਼ਬਦ ਪੜ੍ਹਿਆ ਸੀਗਾ। ਉਹ ਸ਼ਬਦ ਪੜ੍ਹਨ ਦੇ ਵਿੱਚ ਮਹਾਂਪੁਰਖਾਂ ਨੇ ਸਾਰੀ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਸੀਗਾ ਕਿ ਕੋਈ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ, ਕਿ ਰੱਬ ਦੇ ਸਮਾਨ ਕੋਈ ਰਾਜਾ ਨਹੀਂ। ਆ ਜਿਹੜੇ ਦੁਨੀਆ ਦੇ ਰਾਜੇ ਆ, ਚਾਹੇ ਸਾਰੀ ਦੁਨੀਆ 'ਤੇ ਇਹਨਾਂ ਦੇ ਝੰਡੇ ਝੋਲਦੇ ਆ, ਪਰ ਇਹ 4 ਦਿਨ ਦੇ ਰਾਜੇ, 4 ਦਿਨ ਦੇ ਪ੍ਰਾਹੁਣੇ ਆ। ਇਸ ਕਰਕੇ ਭਾਈ ਕੇਵਲ ਤੇ ਕੇਵਲ ਸੱਚਾ ਰਾਜਾ ਇੱਕੋ ਹੀ ਹੈਗਾ। ਤੇ ਜਦੋਂ ਉਸ ਜਾਰਜ ਨੇ ਆਪਣੇ ਨਾਲ ਦੇ ਕਰੀਬੀ ਨੂੰ ਮਹਾਂਪੁਰਖਾਂ ਨੇ ਜੋ ਸ਼ਬਦ ਪੜ੍ਹਿਆ ਸੀਗਾ, ਉਸ ਦੀ ਵਿਚਾਰ ਨੂੰ ਜਦ ਪੁੱਛਿਆ ਸੀਗਾ ਵੀ ਇਹ ਜਿਹੜਾ ਸੰਤ ਕੀ ਕਹਿ ਰਿਹਾ ਹੈ, ਤੇ ਫਿਰ ਉਹਨੇ ਦੱਸਿਆ ਸੀਗਾ ਕਿ ਮਹਾਂਪੁਰਖ ਇਸ ਤਰ੍ਹਾਂ ਕਹਿ ਰਿਹਾ ਕਿ ਅਸਲੀ ਰਾਜਾ ਕੇਵਲ ਤੇ ਕੇਵਲ ਅਕਾਲ ਪੁਰਖ ਹੈ, ਬਾਕੀ ਦੁਨੀਆ ਦੇ ਰਾਜੇ ਸਾਰੇ ਝੂਠੇ ਹੈਗੇ ਆ। ਉਸ ਤੋਂ ਬਾਅਦ ਜਦ ਮਹਾਂਪੁਰਖ ਜਿਹੜੇ ਸੀਗੇ ਉਸ ਹਾਥੀ ਤੋਂ ਥੱਲੇ ਉਤਰੇ ਸੀਗੇ, ਉਹ ਜਾਰਜ ਆਪ ਬਾਬਾ ਅਤਰ ਸਿੰਘ ਦੇ ਪਾਸ ਗਿਆ ਸੀਗਾ, ਅਤੇ ਆਪ ਉਸ ਜਾਰਜ ਨੇ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਸੀਗਾ। ਅਤੇ ਜਦ ਚਰਨਾਂ 'ਚ ਮੱਥਾ ਟੇਕਿਆ ਸੀਗਾ ਅਤੇ ਫਿਰ ਉਹਨੇ ਇੱਕ ਗੱਲ ਜਿਹੜੀ ਸੀ ਪੂਰੀ ਦੁਨੀਆ ਨੂੰ ਸੁਨੇਹਾ ਦਿੱਤੀ ਸੀ, ਕਹਿੰਦੇ ਕਿ ਮੈਂ ਸਭ ਤੋਂ ਵੱਡਾ ਭਾਗੀਦਾਰ ਬੰਦਾ ਹੈਗਾ, ਮੇਰੇ ਭਾਗ ਉੱਚੇ ਆ। ਕਿਉਂਕਿ ਮੈਂ ਅੱਜ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਦੇ ਵਿੱਚੋਂ ਹੀ ਕਹਿੰਦੇ ਈਸਾ ਮਸੀਹ ਦੇ ਦਰਸ਼ਨ ਕੀਤੇ ਆ। ਇਹ ਜਿਹੜੇ ਨੇ ਜਾਰਜ ਦੀ ਵਰਡਿੰਗ ਹੈਗੀ ਆ। ਇਸੇ ਕਰਕੇ ਮਹਾਂਪੁਰਖਾਂ ਨੂੰ 20ਵੀਂ ਸਦੀ ਦੇ ਅਵਤਾਰ ਕਿਹਾ ਗਿਆ ਹੈਗਾ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨਾਂ ਟਾਈਮਾਂ ਦੇ ਵਿੱਚ ਜਦ ਸਿੱਖੀ ਜਿਹੜੀ ਸੀ ਬਹੁਤ ਘਟ ਗਈ ਸੀਗੀ, ਸਿੱਖ ਜਿਹੜੇ ਸੀ ਨਾਮ ਮਾਤਰ ਰਹਿ ਗਏ ਸੀ, ਉਸ ਟਾਈਮ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਨੇ ਜਦ ਅੰਮ੍ਰਿਤ ਦੀ ਲਹਿਰ ਚਲਾਈ ਸੀ, ਅਤੇ ਇਸ ਲਹਿਰ ਦੇ ਵਿੱਚ 14 ਲੱਖ ਤੋਂ ਵੱਧ ਪ੍ਰਾਣੀ ਨੂੰ ਅੰਮ੍ਰਿਤ ਛਕਾ ਕੇ ਫਿਰ ਗੁਰੂ ਘਰ ਦੇ ਨਾਲ ਜੋੜਿਆ ਸੀਗਾ। ਇਹ ਥੰਮ ਸੀ ਬਾਬਾ ਅਤਰ ਸਿੰਘ ਜੀ ਮਸਤੂ ਵਾਲੇ ਮਹਾਂਪੁਰਖ। ਸੋ ਉਹਨਾਂ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਉਨੀ ਹੀ ਥੋੜ੍ਹੀ ਆ। ਸੋ ਅੱਜ ਦਾ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਹੋਣਾ ਦੇ ਜੀਵਨ ਦਰਸ਼ਨਾਂ ਦੇ ਵਿੱਚੋਂ ਕੇਵਲ ਇੰਨੀਆਂ ਹੀ ਵਿਚਾਰਾਂ ਆਪ ਜੀ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।